ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਤਿਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ। ਅਵਰ ਨ ਸੂਝੈ ਦੂਜੀ ਠਾਹਰ ਹਾਰ ਭਰਿਓ ਤੋ ਦੁਆਰੀ। ਲੇਖਾ ਛੋੜ ਅਲੇਖਾ ਛੂਟਹਿ ਹਮ ਨਿਰਗੁਣ ਲੇਹੋ ਉਬਾਰੀ। ਸਦਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ। ਨਾਨਕ ਦਾਸ ਨਾਹੋ ਨਹੀਂ ਮੂਰਖ ਮੁਗਦਾ ਜਨਮ ਪਿਆ। ਪ੍ਰਣਬਤ ਨਾਨਕ ਕੀ ਸਰਣਾ ਜਿਨ ਬੀਸਰਿਆ। ਧਰਮ ਨ ਕਮਾਇਆ ਵਾ ਸਾਧ ਨ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ। ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਸੱਜਾ ਸ਼ਾਹ ਜਿਸ ਪਾਸ ਬੈਠੇ ਆਵੇ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਹੋਮੈ ਵਿੱਚ ਮਰਦੋ ਮਰਦਾ ਜਾਏ। ਜਿਚਰ ਵਿੱਚ ਦਮ ਹੈ ਤਿਚਰ ਨ ਹੋਮੈ ਵਿੱਚ ਜਗਤ ਮੂਆ ਮਰਦੋ ਮਰਦਾ ਜਾ। ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤੇ। ਕੇ ਕਰੇਗ ਅੱਗੇ ਜਾਏ। ਗਿਆਨੀ ਹੋਏ ਸੋ ਚੇਤਨ ਹੋਏ। ਅਗਿਆਨੀ ਅੰਧ ਆਏ
ਨਾ ਦਮ जन्म मरण का भोग गया जीवन पदवी पाए। एहो मर्तबा तिसनो दे जिसनो कृपा करे रजाए। पौड़ी आपे दाना लाए ध्याना आपे मोनी वरतदा आपे कथै ज्ञाना। कौड़ा किसै न लगे सबना ही भाना। उस्तत वर्ण न सकीऐ सद सद कुर्बाना। कौड़ा किसै न लगे सबना ही उस्तत छतर मोहित जाहरा जहूर हाजरा हजूर। धन धन साहिब श्री गुरु साहिब सच्चे पवित्र निੱਘੀ गोद अंदर जुड़ बैठे गुरु रूप गुरु सवारे सतसंगी जनो जी ਵੱਡਿਆਂ ਭਾਗਾਂ वाले हो जो दशमेश पिता धन साहिब श्री गुरु पातशाह महाराज पावन स्थान विखे ਐਤਵਾਰ ਦੇ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰਾਂ ਦੇ ਪਾਵਨ ਸਥਾਨ ਵਿਖੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਵਿੱਚ ਅੰਮ੍ਰਿਤ ਦਮ ਹੈ ਤਿਚਰ ਨਾ ਚੇਤੇਈ के करेग अग्गै जाए। धन धन साहिब श्री गुरु अमरदास पातशाह महाराज जिन्हां दे बाबत भट्ट साहबान जी बचन करते ने। सवैयां विच भट्ट साहबान जी दे बचन ने कि भले अमरदास गुण तेरे तेरी उपमा तोहे बण आवै। कहते जो आप जी ने श्रवण किया कि धन गुरु अमरदास पातशाह नूं परसण दे नाल सतगुरां दे दर्शन दीदारे करन दा सतगुरां चरण स्पर्शन करन दे नाल कहते जिन्ने भी जीव तेरे कीते होए पाप ने ना वो सारे पाप खत्म हो जाते हैं, पाप मुक जाते हैं। गुरु विच ऐसी ताकत है कि जिमें आपां इशनान करिए साडे पिंडे उत्ते मैल है गर्द जमी हुई है, इशनान करदे साडे शरीर की जिहड़ी मैल है वो सारी लथ जाती है। जिमें साडा शरीर इशनान करना होण दे नाल शुद्ध हो जाता है, इस तरह धन गुरु अमरदास पातशाह महाराज दे चरण स्पर्श करन दे नाल ते गुरु सर साडा अंदर धोता जाता है। जो अंदर धोता गया तो पापां नूं प्यापे थां नहीं रहनी है। इस करके भट्ट जी ने जालो प्रताप भट्ट जी ने कह दिता कि धन गुरु अमरदास पातशाह दे दर्शन दीदारे करन नाल सतगुरां दे चरण स्पर्श करन दे नाल सारे पाप विनाशक खत्म हो जाते। तो गुरु होर की मिलदा सतगुरु जी पुछया भट्ट जी नूं। भट्ट जी कहंदे ने गुर अमरदास परसीए सिद्ध साधक आसास है। परमात्मा दियाँ ये शक्तियाँ मनिया गईयां ने जिहदा गुरबाणी विच बार बार नाम आया। हिंदुस्तान दे जिहड़े धार्मिक ग्रंथ ने
ਉਹਨਾਂ ਦੇ ਵਿੱਚ ਵੀ ਇਹਨਾਂ ਰਿੱਧੀਆਂ ਸਿੱਧੀਆਂ ਦੀ ਗੱਲ ਕੀਤੀ ਗਈ ਹੈ। ਤੇ ਸਤਿਗੁਰੂ ਜੀ ਇੱਥੇ ਭੱਟ ਜੀ ਵੀ ਕਹਿੰਦੇ ਨੇ, ਜਦੋਂ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨ ਸਪਰਸ਼ ਕਰ ਲਏ, ਸਤਿਗੁਰਾਂ ਦੇ ਚਰਨ ਸਪਰਸ਼ ਕਰਨ ਦੇ ਨਾਲ ਰਿੱਧ ਸਿੱਧਕ ਆਸਾਸਾ, ਇਹ ਰਿੱਧੀਆਂ ਸਿੱਧੀਆਂ 9 ਨਿਧੀਆਂ ਤੇ 18 ਸਿੱਧੀਆਂ ਇਹ ਖਜ਼ਾਨੇ ਨੇ। ਕਹਿੰਦੇ ਨੇ ਇਹ ਉਸ ਜੀਵ ਨੂੰ ਪ੍ਰਾਪਤ ਹੋ ਜਾਂਦੇ ਨੇ ਜਿਹੜਾ ਗੁਰੂ ਅਮਰਦਾਸ ਪਾਤਸ਼ਾਹ ਦੇ ਨਾਲ ਚਰਨਾਂ ਨਾਲ ਜੁੜ ਜਾਂਦਾ ਹੈ। ਗੁਰ ਅਮਰਦਾਸ ਪਰਸ਼ੀ ਹੈ, ਧਿਆਨ ਲਈਐ ਪੋ ਮੁਕੈ। ਕਹਿੰਦੇ ਫਿਰ ਐਸਾ ਸਤਿਗੁਰੂ ਪਾਤਸ਼ਾਹ ਦੇ ਚਰਨ ਸਪਰਸ਼ ਕਰਨ ਦੇ ਨਾਲ ਕਹਿੰਦੇ ਇਹੋ ਜਿਹਾ ਧਿਆਨ ਜੁੜਦਾ ਹੈ ਕਿ ਮਨ ਉਹ ਧਿਆਨ ਟੁੱਟਦਾ ਹੀ ਨਹੀਂ ਹੈ, ਕਿ ਜਿਵੇਂ ਜੀਵ ਦੀ ਬਿਰਤੀ ਕਦੇ ਅਭੰਗ ਨਹੀਂ ਹੁੰਦੀ ਹੈ। ਕਿਉਂਕਿ ਸਾਰੀ ਖੇਡ ਮਨ ਦੀ ਆ, ਆਪਾਂ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਸੇਵਾ ਕਰਦੇ ਹਾਂ, ਪਰ ਸਾਡਾ ਇਹ ਸਵਾਲ ਹੁੰਦਾ ਹੈ ਕਿ ਸਾਡਾ ਮਨ ਕੇਂਦਰਿਤ ਨਹੀਂ ਹੁੰਦਾ। ਤੇ ਭੱਟ ਜੀ ਕਹਿੰਦੇ ਨੇ ਕਿਉਂ ਨਹੀਂ ਹੁੰਦਾ? ਕਹਿੰਦੇ ਗੁਰੂ ਅਮਰਦਾਸ ਪਾਤਸ਼ਾਹ ਦਾ ਨਾਮ ਜਪੋ, ਸਤਿਗੁਰੂ ਨੂੰ ਚੇਤੇ ਕਰੋ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਨਾਲ ਕਹਿੰਦੇ ਨੇ ਭਾਈ ਜਿਹੜਾ ਧਿਆਨ ਤੇਰਾ ਖਿੰਡਿਆ ਫਿਰਦਾ ਨਾ, ਇਹ ਧਿਆਨ ਇੱਕ ਥਾਂ ਤੇ ਕੇਂਦਰਿਤ ਹੋ ਜਾਣਾ ਹੈ। ਇੰਨੀ ਕਲਾ ਗੁਰੂ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨ ਸਪਰਸ਼ ਕਰਨ ਦੇ ਨਾਲ। ਗੁਰ ਅਮਰਦਾਸ ਪਰਸੀ ਹੈ, ਧਿਆਨ ਲਈ ਹੈ ਪੋ ਮੁਕੈ। ਗੁਰ ਅਮਰਦਾਸ ਪਰਸੀ ਅਭੋ ਲੱਭੈ ਗੋ ਚੁੱਕੈ। ਕਿ ਲੱਭਦਾ ਕੀ ਹੈ ਸਾਨੂੰ? ਅਸੀਂ ਕੀ ਗੁਆਚਿਆ? ਸਾਡਾ ਗੁਆਚਿਆ ਕੀ ਹੈ? ਅਸੀਂ ਆਪਣੇ ਆਪ ਤੋਂ ਗੁਆਚੇ ਹੋਏ ਹਾਂ। ਸਾਨੂੰ ਆਪਣੇ ਸਰੂਪ ਦਾ ਪਤਾ ਨਹੀਂ ਹੈ ਕਿ ਸਾਡਾ ਸਰੂਪ ਕੀ ਹੈ, ਅਸੀਂ ਕਾਹਦੇ ਲਈ ਸੰਸਾਰ ਵਿੱਚ ਆਏ ਹਾਂ ਤੇ ਕਰ ਕੀ ਰਹੇ ਹਾਂ। ਗੁਰੂ ਅਮਰਦਾਸ ਪਾਤਸ਼ਾਹ ਦੀ ਸੰਗਤ ਕਰਨ ਦੇ ਨਾਲ ਸੱਚ ਜਾਣਿਓ, ਗੁਰੂ ਪਾਤਸ਼ਾਹ ਚਰਨ ਸਪਰਸ਼ ਕਰਨ, ਜਿਹੜੀ ਸਾਨੂੰ ਗੁਆਚੀ ਵਸਤ ਅਗੋਚਰ ਪਾਈ, ਘਟ ਦੀਪਕ ਸਮਾਈ। ਸਤਿਗੁਰੂ ਜੀ ਫਿਰ ਉਹ ਹਿਰਦੇ ਅੰਦਰ ਦੀਵਾ ਜਗਾਉਂਦੇ ਨੇ, ਜਿਹਦੇ ਰਾਹੀਂ ਆਪਾਂ ਗੁਆਚੀ ਹੋਈ ਵਸਤੂ ਲੱਭ ਲਵਾਂਗੇ। ਇਸ ਕਰਕੇ ਗੁਰੂ ਸਾਹਿਬ ਭੱਟ ਜੀ ਕਹਿੰਦੇ ਨੇ, ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੇ ਮਿਲੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਡਿੱਠੇ ਦੀਦਾਰ ਕਰਨ ਨਾਲ ਕਹਿੰਦੇ ਇਹ ਸਾਰੇ ਪਦਾਰਥ ਕਹਿੰਦੇ ਉਸ ਜੀਵ ਨੂੰ ਮਿਲ ਜਾਂਦੇ ਨੇ। ਭੱਟ ਜਾਲਪ ਜੀ ਕਹਿੰਦੇ ਮੈਨੂੰ ਮਿਲੇ ਨੇ ਭਾਈ, ਮੈਨੂੰ ਮਿਲੇ ਨੇ, ਤੁਹਾਨੂੰ ਵੀ ਮਿਲ ਸਕਦੇ ਨੇ। ਸੋ ਉਹ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੀ ਤੀਸਰੀ ਜੋਤ। ਸਰੀ ਜੋਤ ਇੱਕ ਹੈ ਗੁਰੂ ਨਾਨਕ ਪਾਤਸ਼ਾਹ ਮਾ, ਤੀਸਰਾ ਜਿਹੜਾ ਜੀ ਦਾ ਸਰੀਰ ਤੀਸਰਾ ਧਾਰਨ ਕੀਤਾ। ਸਤਿਗੁਰੂ ਜੀ ਬਿਹਾਗੜੇ ਦੀ ਵਾਰ ਵਿੱਚ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਇਹ ਪਾਵਨ ਸ਼ਬਦ ਸਤਿਗੁਰਾਂ ਦੇ ਪਾਵਨ ਅੰਕ 555 ਤੋਂ ਪ੍ਰਾਰੰਭ ਹੁੰਦਾ ਹੈ ਤੇ 556 ਤੇ ਜਾ ਕੇ ਇਸ ਪਾਵਨ ਸ਼ਬਦ ਦੀ ਸਮਾਪਤੀ ਹੈ। ਪਹਿਲੀ ਪੰਗਤੀ ਵਿੱਚ ਸਤਿਗੁਰੂ ਨੇ ਗੱਲ ਕੀਤੀ ਹੈ ਹਉਮੈ ਦੀ, ਕਿ ਹਉਮੈ ਵਿੱਚ ਜਗਤ ਮੂਆ। ਸਤਿਗੁਰੂ ਨੇ ਇੱਕ ਮਨੁੱਖ ਦੀ ਗੱਲ ਨਹੀਂ ਕੀਤੀ। ਸਤਿਗੁਰੂ ਕਹਿੰਦੇ ਨੇ ਹਉਮੈ ਵਿੱਚ ਜਗਤ ਮੂਆ, ਮਰਦੋ ਮਰਦਾ ਜਾਏ। ਸਾਰਾ ਜਗਤ, ਸਾਰਾ ਸੰਸਾਰ ਹੀ ਤੇ ਗੁਰੂ ਸਵਾਰੇ ਇਸ ਹਉਮੈ ਦੇ ਵਿੱਚ ਹੀ ਮਰਦਾ ਜਾ ਰਿਹਾ ਹੈ। ਹਰ ਇੱਕ ਮਨੁੱਖ ਨੂੰ, ਮਨੁੱਖ ਦੇ ਅੰਦਰ ਹਉਮੈ ਖਲੋਤੀ ਹੈ। ਗੁਰਬਾਣੀ ਵਿੱਚ ਆਪਾਂ ਸਤਿਗੁਰ ਦੇ ਬਚਨ ਪੜ੍ਹਦੇ ਹਾਂ ਕਿ ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਕਿਰਪਾ ਕਰ ਜਿਸ ਆਪਣੀ ਤਾਂ ਗੁਰ ਕਾ ਸ਼ਬਦ ਸਮਾਹੇ। ਕਹਿੰਦੇ ਸਤਿਗੁਰੂ ਕਹਿੰਦੇ ਹਉਮੈ ਵੱਡਾ ਰੋਗ ਹੈ, ਪਰ ਇਹਦੀ ਦਵਾ ਹੈ। ਦਵਾ ਕੀ ਹੈ? ਗੁਰੂ ਦਾ ਸ਼ਬਦ। ਜਿਹੜੇ ਗੁਰੂ ਦੇ ਸ਼ਬਦ ਦੇ ਲੜ ਲੱਗੇ, ਸ਼ਬਦ ਦੀ ਵਿਚਾਰਧਾਰਾ ਆਪਣੇ ਹਿਰਦੇ ਅੰਦਰ ਵਸਾਇਆ ਤੇ ਉਹਨਾਂ ਦੇ ਅੰਦਰੋਂ ਫਿਰ ਇਹ ਹਉਮੈ ਚਲੀ ਜਾਂਦੀ ਹੈ, ਹਉਮੈ ਖਤਮ ਹੋ ਜਾਂਦੀ ਹੈ। ਤੇ ਪਰ ਗੁਰੂ ਸਵਾਰੇ ਜਦੋਂ ਦੇਖੀਏ ਤੇ ਸੰਸਾਰ ਦੇ ਵਿੱਚ ਅਜੋਕੇ ਸਮਝ ਹਰ ਇੱਕ ਜੀਵ ਨੂੰ ਹਉਮੈ ਚਿੰਬੜੀ ਹੋਈ ਹੈ। ਸਾਰਾ ਜਗਤ ਇਸ ਹਉਮੈ ਕਰਕੇ ਬਾਰ-ਬਾਰ ਮਰਦੋ ਮਰਦਾ ਜਾਏ। ਜੰਮਦੇ ਮਰਦੇ ਨੇ, ਫਿਰ ਜੰਮਦੇ ਫਿਰ ਮਰਦੇ ਨੇ। ਇਸ ਤਰ੍ਹਾਂ ਸੰਸਾਰ ਹੀ ਚਲਿਆ ਜਾ ਰਿਹਾ ਹੈ। ਹੁਣ ਗੁਰੂ ਸਵਾਰਿਓ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 12 ਤੇ ਵਧੀਕਨਾਮੇ ਬਾਣੀ ਹੈ, ਜਿਨ੍ਹਾਂ ਦੇ ਵਿੱਚ ਸਤਿਗੁਰੂ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ। ਇੱਕ ਪੰਗਤੀ ਦੇ ਵਿੱਚ
सानू समझाया है कि जीव के अंदर ये कल्ली होमे की गल नहीं है। होमा तो एक विषा है, एक रोग है, ते पंजे रोग जीव नूं आके चिमड़े हुए ने। उन्हां दी गल सतगुरु करते हैं, कहते झड़ झक्खड़ ओहार लहरी बहन लखेसरी सतगुर स्यों अलाए बेड़े डुबण नाहे भो। झड़ झक्खड़ ओहार लहरी बहन लखेसरी सतगुर स्यों अलाए बेड़े डुबण नाहे भो। झड़ झक्खड़ जिमें आपां देखते हैं, तेजी दी हवा चली, तूफान चल पिया, समुंदर दे विच लहरां पैदा हो जांदियां ने, जिन्हों आपां तरंगां पैदा होंदियां। कई बारी वो जिहड़ियां तरंगां ने वो बहुत ज़्यादा मनुखता दा नुकसान कर दिंदे ने। ते सतगुरु कहते ये लहरां जिहड़ियां अंदर पैदा एक झड़ी दी न्याई लगातार कहते इस तरह ये चलदियां रहिंदियां ने। लहरां हवा चली तो लहरां शुरू हो गई, एक झड़ी लग जिवें बरखा अपना झड़ी लगदी, इस तरह कहते मानो तेजी दी झड़ियां लगियां होंदियां ने। ते सतगुरु कहते इस तरह संसार एक समुंदर है। इस संसार समुंदर दे जीव कहते एक बेड़ी उत्ते एक समुंदरी जहाज उत्ते सवार है। संसार समुंदर विच एक जीव समुंदरी जहाज उत्ते सवार है। ते इत्थे फिर झड़ियां किहड़ियां लगियां ने? इत्थे काम दी झड़ी लगी हुई है, इत्थे क्रोध दी झड़ी लगी हुई है, इत्थे लोभ दी झड़ी लगी हुई है, इत्थे मोह दी झड़ी लगी हुई है, इत्थे अहंकार दी झड़ी लगी हुई है। क्योंकि एक उत्ते आपां कंट्रोल करिए दूजा पैदा हो जाता है, तो दूजे उत्ते कंट्रोल तीजा पैदा हो जाता, तो इन्हां उत्ते काबू करना बड़ा औखा है। तो सतगुरु कहते सारा संसार वो जिहड़ा जहाज विच सवार है जीव, कहते वो डुबदा जा रहा है। मैं अपने नेत्रां नाल देख रहा कि संसार डुब रहा, संसार गोते खा रहा है। किसी नूं होमे दा रोग है, किसी नूं काम दा रोग है, किसी नूं क्रोध दा लोभ है, किसी नूं लोभ दा रोग है, किसी नूं मोह दा रोग है। ये सारे रोग एक मनुख नूं चिमड़े हुए ने, कल्ले कल्ले मनुख नूं चिमड़े हुए ने। होमै रोग मानुख को दीना। मनुख दे विच होमै है, मान है कि जिहड़ा काम मैं कर सकदा दूजा नहीं कर सकदा। सब तो वड्डी ये मनुख दे अंदर होमै ये है, मान ये है कि मैं सब तो ज़्यादा सियाणा हाँ। हालांकि सियाणा तो परमात्मा ते गुरु साहिबान जी, आपां दानी आपां सियाणे नहीं हाँ। सियाणा वो परमात्मा वाहिगुरु आप है। तो सानू ने जो अकल बख्शी है, बुद्धि बख्शी है, असी उसी बुद्धि दे राही परमात्मा दे सिफत करनी, परमात्मा दे गुणां दी वडियाई करनी है। पर आपां गुरु सर इन्ने सियाणे हो गए, दाने हो गए कि गुरु घर वेखे सेवा वख-वख स्थानां ते सेवावां चलदियां ने। कोई जोड़े घर भी सेवा करदा, कोई लंगरां भी सेवा करदा, कोई झाड़ू पोचा लाउंदा है, कोई किस प्रकार की सेवा करदा है। साडे विच इन्ना ये मान है कि जिहड़ी सेवा मैं कर रहा ये दूजा ना कोई कर लवे। जिहड़ी सेवा मैं करदा मैं ही करा, दूजा ना कोई करे। जे दूजा कर ले पता नहीं की हो जाना है। ये गुरु सर ये साडे अंदर होम है, इस होम नूं आपां कंट्रोल करना। ये तो गुरु नानक दे घर की सेवा है। सानू शुक्र करना चाहिए कि सतगुरु तुहाडी किरपा नाल सानू साडी झोली ये सेवा आप जी ने पाई है, तो किरपा करनी पातशाह, मेरे मन में मान नहीं आउण देना। ब्रह्म ज्ञानी बाबा बुढ़ा साहब जैसी किसी ने सेवा नहीं की है। गुरु नानक पातशाह तो लैके 6वें सतगुरु गुरु हरगोबिंद साहब महाराज तक सेवा करते रहे। पर निमरता देखो गुरु सवारियो, जो अंतिम समा आया ना, अंतिम समय तो पहला सतगुरु पातशाह के चरणों च पहुँचे ने गुरु हरगोबिंद साहब महाराज कोल। कहन लगे सच्चे पातशाह बख्शिश करनी।
मेरा जो मेरी एक बेनती जो मेरा अंतिम समा होवे आप जी ने मैनू दर्शन दीदारे बख्शिश करने। सतगुरु कहन लगे ठीक है बाबा जी, असीं तुहाडी इच्छा पूरी करांगे। जो समा आ गया तो उस समय सतगुरु पातशाह महाराज जी घोड़े ते सवार होए तो बाबा जी के स्थान पर जाके पहुँच गए। तो बाबा जी सामने सतगुरु देखिया, गद गद हो गए, गुरु दे दीदार कीते। फिर सतगुरु कहने लगे बाबा जी मंगो की मंगदे हो। तो बाबा बुढ़ा साहब जी ने सब तो पहला अपने सपुत्र बाबा भाना जी उन्हां दा हाथ सतगुरां दे कर कमलों में पकड़ा दिता। सतगुरु जिमें आप जी ने मेरे उत्ते बख्शिश की, अपने दर की सेवा बख्शी है, तो मेरे पुत्र नूं भी अपने दर की सेवा बख्शना करो। जिहड़ी सेवा मैं करदा वो मेरे पुत्र पासों कराना करो ताकि इहदा भी भला हो जाए। या साडे जैसे होंदे आप सानू सतगुरु आखदे मंग की मंगदे, सतगुरु पातशाह कृपा करो सानू 9 निधियां दे दिओ, 18 सिद्धियां दे दो, सानू इन्ने खजाने दे दो ताकि साडी जिहड़ी पीढ़ी दर पीढ़ी विहले बह के खा लैण ते साडा खजाना ना मुक्के। असीं ये मंगना सी कि साडी दुनियावी सोच है, पदार्थवादी सोच है। तो ब्रह्म ज्ञानी बाबा बुढ़ा साहब जी ऐसे सन, महान शख्सियत सी जिन्होंने अणथक सेवा की, पर कदे मन विच मैं नहीं आई गुरु सवारियो, हंकार नहीं आया। निमाणे बन के ते अखीर ते कहन लगे, जदों बाबा जी कहन लगे सच्चे पातशाह बख्शिश करनी कि मैनू जमा दी मार ना पवे। जदों ये आख्या जमा दी मार ना पवे तो बाबा धन गुरु हरगोबिंद साहब महाराज आखन लगे बाबा जी तुसीं ये बचन करदे हो, तुहाडे रोम रोम विच गुरु की आवाज़ आउंदी है, तुसीं गुरु गुरु जपदे हो, वाहिगुरु जपदे हो, तुहाडा जीवन इहो जिहा चढ़दी कला वाला कि सास गरा दा नाम जपण वाले गुरु घर दे तुसीं अनन सेवक हो, तुहानूं तां जमदूत आके सजदा करनगे, मार दी तां दूर दी गल है। तो बाबा जी ने जपजी साहिब का पाठ किया तो सतगुर के सन्मुख अपने शरीर को त्याग दिता सी। अपने हत्थी पातशाह ने सारी अंतिम क्रिया संस्कार इत्यादि करवाया। सो कहण दा पवे एडे बड़े सेवक ब्रह्म ज्ञानी बाबा बुढ़ा साहब जी जिन्होंने गुरु घर की अणथक सेवा की, तो उन्हां च निमरता देखो किन्नी है। तो आप कहते जिहड़ी सेवा मैं करदा दूजा ना कर सके। नहीं गुरु सवारियो, ये तो समुंदर है, समुंदर विचों किसी ने बुग भर लिया, किसी ने एक बूंद लै ली, कोई फर्क नहीं पैना है। इस करके सतगुरु जी तो जिन्ने भी सिख ने हर एक नूं सेवा करनी चाहिए है। गुरु पातशाह की खुशियां तो मिलनी, पर नाल निमरता होनी चाहिए मन विच। निमरता क्यों नहीं है? क्योंकि साडे कोल सेवा ते सिमरन नहीं है। बाबा बुढ़ा साहब जी नाल सिमरन करते सी, अमृत वेले संभाल करते सी, ते सारा दिन गुरु घर की सेवा करी जानी, तो ये उन्होंने जीवन सी। ते साडे कोल एक जे सेवा है तो सिमरन नहीं, सिमरन है तो सेवा नहीं है। जिस करके आप एक दूजे नाल ईर्खा करी जा रहे हैं कि ये सेवा मैं करदा, फलाना क्यों कर गया। इनू आप नाल नहीं रलाना। नहीं गुरु सर, ये गलत सोच है, ये मन विच होमा है, ये होमा करके ही जीव फिर बार बार जमदा ते मरदा। ये सिलसिला लगातार जारी है। तो सतगुरु कहते ने होम है जगत मूआ, सारा जगत कहते मूआ मर रहा, मरदो मरदा जाए। कहते इस तरह बार बार जमदा ते मरदा फिर चलिया जाता, इस तरह कहते सारा संसार जा रहा। सो सतगुरु जी गुरु नानक साहब महाराज कह रहे हैं कि झड़ झखड़ ओ हार लहरी बहन लखेसरी, सतगुर स्यों अलाए बेड़े डुबण नाहे पो। कहते संसार समुंदर विच जीव एक समुंदरी जहाज विच त्या सवार होया फिरदा है। उत्थे झड़ियां लगियां ने, झड़ी लागी काम दी, झड़ी लागी क्रोध दी, झड़ी लागी मोह दी, झड़ी लागी लोभ दी, झड़ी लागी हंकार दी। पंजे विषयां दी झड़ी लगी हुई है। बड़ियां बड़ियां लहरां आ रही, जिवें लहरां आना समुंदर विच समुंदर दे नाल रहण वाले लोकां दे घरां दा नुकसान हो जाता ना, इस तरह मानो बड़ियां लहरां ये आ रही ने।
ਤੇ ਸਤਿਗੁਰੂ ਜੀ ਕਹਿੰਦੇ ਫਿਰ ਕਿਵੇਂ ਬਚਿਆ ਜਾ ਸਕਦਾ ਇਹੋ ਜਿਹੀਆਂ ਲਹਿਰਾਂ ਤੋਂ। ਤੇ ਗੁਰੂ ਨਾਨਕ ਪਾਤਸ਼ਾਹ ਉੱਤਰ ਦਿੰਦੇ ਨੇ, ਕਹਿੰਦੇ ਸਤਿਗੁਰ ਬੇੜੇ ਡੁੱਬਣ ਨਾਹੀ ਪਓ। ਕਹਿੰਦੇ ਭਾਈ ਜੇ ਸਤਿਗੁਰ ਨੂੰ ਜਾ ਕੇ ਅਲਾਏ, ਸਤਿਗੁਰ ਨੂੰ ਜਾ ਕੇ ਤੂੰ ਬੇਨਤੀ ਕਰੇਗਾ ਨਾ ਤੇ ਗੁਰੂ ਨੇ ਕਿਰਪਾ ਕਰਨੀ, ਤੇਰਾ ਡੁੱਬਦਾ ਬੇੜਾ ਜਿਹੜਾ ਹੈ ਉਹ ਡੁੱਬਣ ਨਹੀਂ ਦੇਣਾ। ਤੇਰੇ ਅੰਦਰ, ਤੇਰਾ ਅੰਦਰ ਨਾ ਹੀ ਭੋ, ਨਾ ਤੇਰੇ ਅੰਦਰ ਕਿਸੇ ਪ੍ਰਕਾਰ ਦਾ ਭੈ ਰਹਿਣ ਦੇਣਾ ਹੈ। ਕਿਉਂਕਿ ਉਹ ਜਿਹੜੇ ਪ੍ਰਭੂ ਦੇ ਪਿਆਰੇ ਉਹ ਭੈ ਤੋਂ ਰਹਿਤ ਹੋ ਜਾਂਦੇ ਨੇ। ਉਹਨਾਂ ਦਾ ਜਿਵੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਬਚਨ ਕਰਦੇ ਨੇ ਕਿ ਭੈ ਕਾਹੂ ਕੋ ਦੇਤ ਨੈ, ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਉਹ ਗਿਆਨਵਾਨ ਪੁਰਸ਼ ਹੋ ਜਾਂਦੇ ਨੇ, ਉਹਨਾਂ ਦੇ ਅੰਦਰੋਂ ਬਿਲਕੁਲ ਭੈ ਖਤਮ ਹੋ ਜਾਂਦੇ। ਜਿਹੜੇ ਸਤਿਗੁਰੂ ਪਾਤਸ਼ਾਹ ਦੇ ਲੜ ਲੱਗ ਜਾਂਦੇ ਨੇ, ਜਿਹੜੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਜ਼ੋਈਆਂ ਬੇਨਤੀਆਂ ਕਰਦੇ ਹਨ। ਅਤੇ ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਸਾਰਾ ਸੰਸਾਰ ਇਸ ਹਉਮੈ ਦੇ ਵਿੱਚ ਹੀ ਮਰਦੋ ਮਰਦਾ ਜਾਏ। ਵੱਡੇ ਵੱਡੇ ਕਹਿੰਦੇ ਮਰਦੇ ਜਾ ਰਹੇ ਹਨ, ਬਾਰ-ਬਾਰ ਜੰਮਦੇ, ਬਾਰ-ਬਾਰ ਮਰਦੇ। ਇਸ ਤਰ੍ਹਾਂ ਕਹਿੰਦੇ ਬਾਰ-ਬਾਰ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਈ, ਕਿ ਕਰੇਗ ਅੱਗੇ ਜਾਏ। ਜਿਸ ਜੀਵ ਦੇ ਵਿੱਚ ਗੁਰੂ ਸਰ ਇਹ ਦਮ ਹੈ, ਜਿਹਨੂੰ ਇਹ ਸੋਝੀ ਹੈ, ਉਹ ਫਿਰ ਇਸ ਹਉਮੈ ਨੂੰ ਤਿਚਰ ਨਾ ਚੇਤੇ, ਇਹ ਹਉਮੈ ਨੂੰ ਚੇਤੇ ਨਹੀਂ ਕਰਦਾ। ਭਾਵ ਉਹਨੂੰ ਪਤਾ ਹੈ ਕਿ ਜੇ ਮੈਂ ਆਪਣੇ ਅੰਦਰ ਹਉਮੈ ਧਾਰਨ ਕੀਤੀ ਤੇ ਮਾਲਕ ਦੀ ਦਰਗਾਹ ਵਿਖੇ ਫਿਰ ਅੱਗੇ ਜਾ ਕੇ ਮੈਂ ਕੀ ਕਰਾਂਗਾ, ਕਿ ਕਰੇਗ ਅੱਗੇ ਜਾਏ, ਅੱਗੇ ਜਾ ਕੇ ਮੈਂ ਕੀ ਕਰਾਂਗਾ। ਇਸ ਕਰਕੇ ਗੁਰੂ ਸਵਾਰੇ ਫਿਰ ਉਹ ਹਰੇਕ ਦਮ ਦੇ ਰਾਹੀਂ, ਹਰੇਕ ਸਾਹ ਦੇ ਰਾਹੀਂ ਉਸ ਮਾਲਕ ਦੇ ਨਾਮ ਦੀ ਸੰਭਾਲ ਕਰਦਾ ਹੈ ਅਤੇ ਆਪਣੇ ਅੰਦਰ ਹਉਮੈ ਨੂੰ ਆਣ ਨਹੀਂ ਦਿੰਦਾ ਹੈ। ਪਰ ਸਾਰਾ ਸੰਸਾਰ ਇਸ ਹਉਮੈ ਦੇ ਵਿੱਚ ਖਚਤ ਹੈ। ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ। ਦੋ ਪੁਰਸ਼ਾਂ ਦੀ ਸਤਿਗੁਰੂ ਜੀ ਨੇ ਗੱਲ ਕੀਤੀ ਹੈ, ਇੱਕ ਗਿਆਨਵਾਨ ਪੁਰਸ਼, ਇੱਕ ਅਗਿਆਨੀ ਪੁਰਸ਼, ਇੱਕ ਮੂਰਖ ਪੁਰਖ, ਇੱਕ ਦਾਨਾ ਸਿਆਣਾ ਪੁਰਸ਼। ਜਿਹੜੇ ਤਾਂ ਗੁਰੂ ਦੇ ਲੜ ਲੱਗ ਜਾਂਦੇ ਨੇ, ਗੁਰੂ ਪਾਤਸ਼ਾਹ ਦੀ ਬਾਣੀ ਨੂੰ ਪੜ੍ਹਦੇ, ਬਾਣੀ ਨੂੰ ਵਿਚਾਰਦੇ ਨੇ, ਸਤਿਗੁਰਾਂ ਦੇ ਹੁਕਮ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਦੇ ਹਨ, ਉਹ ਹੁੰਦੇ ਨੇ ਗਿਆਨਵਾਨ ਪੁਰਸ਼। ਉਹਨਾਂ ਨੂੰ ਗੁਰੂ ਦੇ ਦਰ ਤੋਂ ਗਿਆਨ ਪ੍ਰਾਪਤ ਹੋ ਜਾਣਾ। ਨਾਮ ਦੇ ਨਾਲ ਗਿਆਨੀ ਲਵਾ ਕੇ ਕੋਈ ਗਿਆਨੀ ਨਹੀਂ ਬਣ ਸਕਦਾ। ਚਾਰ ਕਿਤਾਬਾਂ ਪੜ੍ਹ ਕੇ ਕੋਈ ਗਿਆਨੀ ਨਹੀਂ ਬਣ ਸਕਦਾ। ਗਿਆਨੀ ਜਿਹੜਾ, ਕਿਹੜੇ ਗਿਆਨ ਦੀ ਪਾਤਸ਼ਾਹ ਗੱਲ ਕਰਦੇ ਨੇ, ਜਿਹੜਾ ਅੰਦਰੋਂ ਗਿਆਨ ਪ੍ਰਾਪਤ ਹੋ ਜਾ, ਅਨੁਭਵ ਪ੍ਰਕਾਸ਼ ਜਿਹਨੂੰ ਕਹਿੰਦੇ ਨੇ, ਅਨੁਭਵ ਪ੍ਰਕਾਸ਼, ਉਹ ਜਿਹੜਾ ਪ੍ਰਕਾਸ਼ ਮਿਲ ਜਾਣਾ, ਅਤੇ ਉਹ ਗੁਰੂ ਸਰ ਗਿਆਨਵਾਨ ਪੁਰਸ਼ ਹੈ। ਸਤਿਗੁਰੂ ਕਹਿੰਦੇ ਜਿਹੜਾ ਗਿਆਨਵਾਨ ਪੁਰਸ਼ ਨੇ ਉਹ ਚੇਤਨ ਹੋ ਜਾਂਦੇ ਨੇ, ਸਾਵਧਾਨ ਹੋ ਜਾਂਦੇ ਨੇ ਕਿ ਪਤਾ ਨਹੀਂ ਕਦੋਂ ਬੁਲਾਵਾ ਆ ਜਾਣਾ ਸੰਸਾਰ ਤੋਂ ਜਾਣ ਦਾ। ਅਤੇ ਫਿਰ ਹਰੇਕ ਸਾਹ ਦੇ ਰਾਹੀਂ ਉਹ ਗੁਰੂ ਨੂੰ ਚੇਤੇ ਕਰਦੇ, ਪ੍ਰਭੂ ਨੂੰ ਚੇਤੇ ਕਰਦੇ ਨੇ। ਉਹ ਮਾੜੇ ਕੰਮਾਂ ਤੋਂ ਤੋਬਾ ਕਰ ਲੈਂਦੇ ਨੇ। ਪਰ ਅਗਿਆਨੀ ਅੰਧ ਕਮਾਏ, ਜਿਹੜੇ ਅਗਿਆਨੀ ਪੁਰਸ਼ ਨੇ, ਗਿਆਨ ਤੋਂ ਹੀਣੇ ਪੁਰਸ਼ ਨੇ, ਉਹ ਗੁਰੂ ਸਰੇ ਅੰਧਲੇ ਨੇ। ਉਹਨਾਂ ਦੇ ਨੇਤਰਾਂ ਵਿੱਚ ਭਰਮ ਦੇ ਫੋਲੇ ਪਏ ਹੋਏ ਨੇ, ਜਿਸ ਕਰਕੇ ਅੰਧਲੇ ਹਨ। ਉਹ ਅੰਧੇ ਕੰਮ ਹੀ, ਮਾੜੇ ਕੰਮ ਹੀ ਕਮਾ ਰਹੇ ਹਨ, ਪਾਪ ਹੀ ਕਮਾ ਰਹੇ ਹਨ। ਨਾਨਕ ਇੱਥੈ ਕਮਾਵੈ ਸੋ ਮਿਲੈ, ਅੱਗੇ ਪਾਏ ਜਾਏ। ਨਾਨਕ ਗੁਰੂ ਜੀ ਉਚਾਰਨ ਕਰਦੇ ਨੇ ਕਿ ਨਾਨਕ ਇੱਥੇ ਕਮਾਵੈ, ਜੋ ਅਸੀਂ ਇੱਥੇ ਕਮਾਵਾਂਗੇ ਸੋ ਮਿਲੈ, ਉਹੀ ਸਾਨੂੰ ਮਿਲੇਗਾ। ਜਿਵੇਂ ਆਪਾਂ ਆਪਣੇ ਪਰਿਵਾਰ ਦੀ ਪਾਲਣਾ ਪੋਸ਼ਣ ਲੱਗੇ ਹੋਏ ਹਾਂ, ਜਿਸ ਤਰ੍ਹਾਂ ਦੀ ਆਪਾਂ ਮਿਹਨਤ ਕਰਦੇ ਹਾਂ ਉਹਦੇ ਮੁਤਾਬਕ ਸਾਨੂੰ ਫਲ ਮਿਲ ਜਾਂਦਾ ਹੈ। ਅਤੇ ਆਪਾਂ ਉਸ ਜਮ੍ਹਾਂ ਪੂੰਜੀ ਨੂੰ ਸਾਂਭ ਕੇ ਰੱਖਦੇ ਹਾਂ, ਬੱਚਤ ਕਰਦੇ ਹਾਂ ਜਿੰਨਾ ਵੀ ਹੋ ਸਕੇ। ਹਰ ਇੱਕ ਪਰਿਵਾਰ ਚਾਹੇ ਗਰੀਬ ਹੈ ਚਾਹੇ ਅਮੀਰ ਹੈ, ਪਰ ਸਤਿਗੁਰੂ ਜਿਸ ਤਰ੍ਹਾਂ ਤੇਰੀ ਜਮ੍ਹਾਂ ਪੂੰਜੀ ਤੇਰੇ ਕੰਮ ਆਉਂਦੀ ਆ ਔਖੇ ਵੇਲੇ, ਇਸੇ ਤਰ੍ਹਾਂ ਜਿਹੜਾ ਤੈਂ ਇੱਥੇ ਜੋ ਕਮਾਣਾ ਕੀਤਾ, ਜਿਹੜੇ ਕਰਮ ਕੀਤੇ ਨੇ, ਚਾਹੇ ਉਹ ਕਰਮ ਮਾੜੇ ਨੇ ਚਾਹੇ ਚੰਗੇ ਨੇ, ਕਹਿੰਦੇ ਤੈਨੂੰ ਅੱਗੇ ਪਰਲੋਕ ਵਿੱਚ ਜਾ ਕੇ ਮਿਲੇਗਾ, ਉਹੀ ਤੈਨੂੰ ਪ੍ਰਾਪਤ ਹੋਵੇਗਾ। ਅੱਗੇ ਪਾਏ ਜਾਏ, ਮਾਲਕ ਦੀ ਦਰਗਾਹ ਵੇਖ ਤੈਨੂੰ ਉਹੀ ਮਿਲੇ। ਚੰਗੇ ਕਰਮ ਕੀਤੇ ਨੇ, ਨਾਮ ਜਪਿਆ, ਸੇਵਾ ਸਿਮਰਨ ਕੀਤਾ ਹੈ, ਫਿਰ ਤੈਨੂੰ ਗੁਰੂ ਦੇ ਦਰ ਤੋਂ ਖੁਸ਼ੀਆਂ ਖੇੜੇ ਮਿਲਣਗੇ।
ਤੈਨੂੰ ਗੁਰੂ ਦੇ ਦਰ 'ਤੇ ਅਦਬ ਸਤਿਕਾਰ ਮਿਲੇਗਾ। ਪਰ ਜੇ ਤੈਂ ਮਾੜੇ ਕੰਮ ਕੀਤੇ ਨੇ ਤੇ ਗੁਰੂ ਸਵਾਰੇ ਫਿਰ ਮਾਲਕ ਦੀ ਦਰਗਾਹ ਵਿਖੇ ਗੁਰੂ ਸਾਹਿਬਾਨ ਦੇ ਕੋਲ ਜਾ ਕੇ ਉੱਥੇ ਤੈਨੂੰ ਲਾਹਣਤਾਂ ਪੈਣਗੀਆਂ। ਭਲਕਾ ਥੁੱਕ ਪਵੈ ਨਿਤ ਦਾੜੀ, ਤੇਰੀ ਇਹੋ ਜਿਹੀ ਹਾਲਤ ਹੋ ਜਾਣੀ ਹੈ, ਕਿਉਂਕਿ ਉੱਥੇ ਤੈਨੂੰ ਫਿਰ ਮਾਣ ਨਹੀਂ ਮਿਲਣਾ, ਸਨਮਾਨ ਨਹੀਂ ਮਿਲਣਾ। ਜੋ ਤੂੰ ਕਮਾਵੇਗਾ ਉਹ ਤੈਨੂੰ ਪ੍ਰਾਪਤ ਹੋਵੇਗਾ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲਹੁ ਰਾਮ, ਚਾਰ ਕੁੰਟ ਦਹਿ ਦਿਸ ਭ੍ਰਮੇ, ਥੱਕ ਆਏ ਪ੍ਰਭ ਕੀ ਸਾਮ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਮਾਲਕ ਦੇ ਚਰਨਾਂ 'ਚ, ਗੁਰੂ ਦੇ ਚਰਨਾਂ 'ਚ ਬੇਨਤੀ ਕਰੋ ਤੇ ਗੁਰੂ ਨੇ ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੈ ਮਾਰਗ ਪਾਵੈ। ਸਤਿਗੁਰੂ ਜੀ ਨੇ ਫਿਰ ਸਾਨੂੰ ਅੱਗੇ ਸ਼੍ਰੇਸ਼ਟ ਰਾਹ 'ਤੇ ਪਾ ਦੇਣਾ ਹੈ। ਜੋ ਆਪਾਂ ਜਿਹੜੇ ਆਪਾਂ ਕਰਮ ਕਰਾਂਗੇ ਉਹ ਕਰਮ ਸਾਨੂੰ ਭੋਗਣੇ ਪੈਣੇ ਨੇ। ਕਿਸੇ ਨੂੰ ਆਪਾਂ ਟੋਆ ਪੁੱਟੀਏ ਨਾ, ਡੇਗਣ ਲਈ ਕਿ ਇਸ ਟੋਏ ਵਿੱਚ ਫਲਾਣੇ ਨੂੰ ਡੇਗਣਾ ਹੈ, ਉਹ ਵੱਖਰੀ ਗੱਲ ਹੈ, ਉਹ ਡਿੱਗ ਜਾਵੇਗਾ। ਆਉਣ ਵਾਲਾ ਜੇ ਉਹ ਬੇਧਿਆਨਾ ਹੋਵੇਗਾ ਡਿੱਗ ਜਾਏ ਵਿੱਚ, ਪਰ ਅੱਜ ਡਿੱਗ ਗਿਆ ਤੇ ਕੱਲ੍ਹ ਨੂੰ ਵਾਰੀ ਤੇਰੀ ਵੀ ਆਉਣੀ ਹੈ। ਕੋਈ ਨਾ ਕੋਈ ਇਹੋ ਜਿਹਾ ਹੀਲਾ ਵਸੀਲਾ ਹੋਣਾ ਜਿਹਦੇ 'ਚ ਤੈਂ ਡਿੱਗ ਗਿਆ ਸੀ, ਉਸੇ ਟੋਏ 'ਚ ਅੱਗੇ ਤੂੰ ਡਿੱਗੇਗਾ। ਡਿੱਗਦੇ ਦੇਖੇ ਨੇ ਦਾਸ ਨੇ। ਜਿਹੜਾ ਕਿਸੇ ਦਾ ਕੋਈ ਨੁਕਸਾਨ ਕਰਨਾ ਚਾਹੁੰਦਾ ਹੈ ਤੇ ਉਹ ਆਪ ਗੁਰੂ ਸਾਹਿਬ ਨੁਕਸਾਨੇ ਜਾਂਦੇ ਨੇ। ਪਰ ਜਿਹੜੇ ਤਾਂ ਗੁਰਮੁਖ ਜਨ ਉਹ ਸਮਝ ਲੈਂਦੇ ਨੇ ਕਿ ਫਲਾਣੀ ਥਾਂ 'ਤੇ ਮੈਂ ਫਲਾਣੀ ਗਲਤੀ ਕੀਤੀ ਸੀ, ਮੈਨੂੰ ਉਹਦੀ ਸਜ਼ਾ ਮਿਲੀ ਹੈ। ਪਰ ਆਪਾਂ ਮਨਮੁਖ ਬਿਰਤੀ ਹੋਣ ਕਰਕੇ ਨਾ ਬਾਰ-ਬਾਰ ਮਾਲਕ ਸਾਨੂੰ ਠੋਕਰਾਂ ਮਾਰਦਾ ਤੇ ਆਪਾਂ ਸਮਝਦੇ ਨਹੀਂ ਹਾਂ। ਅੱਗੋਂ ਆਪਾਂ ਕੀ ਕਰਦੇ ਹਾਂ, ਰੱਬ ਨੂੰ ਦੋਸ਼ ਦੇਣ ਲੱਗ ਪੈਂਦੇ ਹਾਂ, ਗੁਰੂ ਨੂੰ ਦੋਸ਼ ਦੇਣ ਲੱਗ ਪੈਂਦੇ। ਗੁਰੂ ਨੇ ਚੰਗਾ ਨਹੀਂ ਕੀਤਾ ਸਾਡੇ ਨਾਲ। ਗੁਰੂ ਤਾਂ ਚੰਗਾ ਹੀ ਕਰਦਾ, ਗੁਰੂ ਸਵਾਰਿਓ, ਪਰ ਸਾਡੀ ਕਰਮ ਨੇ ਜੋ ਆਪਾਂ ਬੀਜਿਆ ਨਾ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੁ ਜਾਹੋ। ਉਸ ਮਾਲਕ ਦੇ ਹੁਕਮ ਵਿੱਚ ਹੈ ਤੇ ਇਸ ਕਰਕੇ ਜੋ ਬੀਜਾਂਗੇ ਉਹ ਸਾਨੂੰ ਭੋਗਣਾ ਪਵੇਗਾ। ਤੇ ਸਤਿਗੁਰੂ ਕਹਿੰਦੇ ਨਾਨਕ ਇੱਥੇ ਕਮਾਵੈ, ਜੋ ਇੱਥੇ ਕਮਾਵੇਂਗੇ ਸੋ ਮਿਲੈ, ਉਹੀ ਤੈਨੂੰ ਮਿਲੇਗਾ। ਅੱਗੇ ਪਾਏ ਜਾਏ ਤੇ ਪਰਲੋਕ ਵਿੱਚ, ਅੱਗੇ ਉਸ ਲੋਕ ਵਿੱਚ ਜਾ ਕੇ ਤੂੰ ਉਹੀ ਪ੍ਰਾਪਤ ਕਰੇਗਾ। ਮਹੱਲਾ ਤੀਜਾ। ਧੁਰ ਖਸਮੈ ਕਾ ਹੁਕਮ ਪਿਆ, ਬਿਨ ਸਤਿਗੁਰ ਚੇਤਿਆ ਨਾ ਜਾਏ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਮਹੱਲੇ ਵਿੱਚ ਬਖਸ਼ਿਸ਼ ਕਰਦੇ ਨੇ। ਸਤਿਗੁਰਾਂ ਨੂੰ ਸਵਾਲ ਕੀਤਾ ਕਿ ਪਾਤਸ਼ਾਹ ਜੀ ਫਿਰ ਕਿਰਪਾ ਕਰੋ, ਉਸ ਮਾਲਕ ਦਾ ਸਿਮਰਨ, ਉਸ ਮਾਲਕ ਨੂੰ ਚੇਤੇ ਕਿਵੇਂ ਕਰਨਾ ਹੈ? ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਧੁਰੋਂ ਦਰਗਾਹੋਂ ਉਸ ਖਸਮ ਦਾ ਮਾਲਕ ਦਾ ਹੁਕਮ ਹੋਇਆ ਏ। ਮਾਲਕ ਦਾ ਹੁਕਮ ਕੀ ਹੋਇਆ ਕਿ ਜੇ ਮਾਲਕ ਨੂੰ ਮੈਨੂੰ ਚੇਤੇ ਕਰਨਾ ਨਾ, ਕਹਿੰਦੇ ਫਿਰ ਤੂੰ ਗੁਰੂ ਦੇ ਲੜ ਲੱਗਣਾ ਕਰ, ਗੁਰੂ ਵਾਲਾ ਬਣ। ਬਿਨ ਸਤਿਗੁਰ ਚੇਤਿਆ ਨਾ ਜਾਏ। ਸਤਿਗੁਰ ਤੋਂ ਬਿਨਾਂ ਉਸ ਮਾਲਕ ਨੂੰ ਚੇਤੇ ਨਹੀਂ ਕੀਤਾ ਜਾ ਸਕਦਾ, ਮਾਲਕ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਕਈ ਵਾਰੀ ਆਪਾਂ ਇੱਥੇ ਆਖ ਦਈਏ ਕਿ ਕਿਉਂਕਿ ਸਾਡਾ ਚੌਂਕੀਦਾਰ ਦਾ ਕੰਮ ਹੋਕਾ ਦੇਣਾ, ਜਾਗਦੇ ਰਹੋ, ਅਤੇ ਆਪਾਂ ਕਥਾ ਵਿੱਚ ਇਹ ਆਖੀਦਾ ਬਾਟੇ ਦਾ ਅੰਮ੍ਰਿਤ ਛਕੋ, ਸਾਬਤ ਸੂਰਤ ਹੋਵੋ। ਅਤੇ ਕਈ ਜਿਹੜੇ ਮਨਮੁਖ ਬਿਰਤੀ ਵਾਲੇ ਨੇ ਉਹ ਸਵਾਲ ਕਰ ਦਿੰਦੇ ਨੇ ਕਿ ਅੰਮ੍ਰਿਤ ਛਕਣ ਨਾਲ ਕੀ ਹੋ ਜਾਵੇਗਾ। ਤੁਸੀਂ ਵਾਰ-ਵਾਰ ਕਹਿੰਦੇ ਹੋ, ਕਿਉਂਕਿ ਸਤਿਗੁਰੂ ਜੀ ਨੇ ਇਹ ਮਰਜ਼ਾਦਾ ਕਾਇਮ ਕੀਤੀ ਹੈ। ਅਤੇ ਬਾਕੀ ਗੁਰੂ ਸਰ ਗੱਲ ਰਹੀ ਹੈ ਕਿ ਸਾਡੇ ਸਤਿਗੁਰੂ ਦਾ ਹੁਕਮ ਹੈ ਕਿ ਗੁਰੂ ਵਾਲੇ ਬਣ ਕੇ ਹੀ ਆਪਾਂ ਮੁਕਤ ਹੋ ਸਕਾਂ। ਦੇਖੋ ਅੱਜ ਦੇ ਪਾਵਨ ਸ਼ਬਦ ਦੁਆਰਾ ਪਾਤਸ਼ਾਹ ਕਹਿ ਰਹੇ ਨੇ, ਬਹੁਤ ਸਾਰੀਆਂ ਸਾਨੂੰ ਗੁਰਬਾਣੀ 'ਚ ਉਦਾਹਰਨਾਂ ਪ੍ਰਾਪਤ ਹੋ ਜਾਂਦੀਆਂ ਨੇ ਕਿ ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਭੂ ਦੀ ਪ੍ਰਾਪਤੀ ਹੋ ਸਕਦੀ ਹੈ। ਜੇ ਗੁਰੂ ਨਾ ਕਿਰਪਾ ਕਰੇ ਤੇ ਗੁਰੂ ਸਵਾਰੇ ਸਾਨੂੰ ਮਾਲਕ ਪ੍ਰਭੂ ਦੀ ਪ੍ਰਾਪਤੀ ਨਹੀਂ ਹੋਵੇਗੀ। ਜੇ ਪਰਮਾਤਮਾ ਨੂੰ ਚੇਤੇ ਕਰਨਾ ਹੈ, ਪਰਮਾਤਮਾ ਦੇ ਲੜ ਲੱਗਣਾ ਹੈ, ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ, ਤੇ ਸਾਨੂੰ ਫਿਰ ਵਿੱਚ ਵਿਚੋਲਾ ਪਾਉਣਾ ਪਵੇਗਾ। ਜਿਵੇਂ ਇੱਕ ਲੜਕਾ ਲੜਕੀ ਦਾ ਰਿਸ਼ਤਾ ਕੀਤਾ ਜਾਂਦਾ ਏ ਤੇ ਵਿਚੋਲਾ ਜਿਹੜਾ ਹੁੰਦਾ ਉਹ ਰਿਸ਼ਤੇ ਨੂੰ ਸਿਰੇ ਚੜ੍ਹਾ ਦਿੰਦਾ। ਜੇ ਲੜਕੇ ਵਾਲੇ 'ਚ ਔਗਣ ਹੋਣ ਉਹ ਲੜਕੀ ਵਾਲੇ ਪਾਸੇ ਜਾ ਕੇ ਪਰਦਾ ਪਾ ਲੈਂਦਾ, ਜੇ ਲੜਕੀ ਵਿੱਚ ਔਗਣ ਹੋਣ ਤੇ ਲੜਕੇ ਵਾਲੇ ਪਾਸੇ ਜਾ ਕੇ ਪਰਦਾ, ਕਿ ਜਿਵੇਂ ਕਿਵੇਂ ਰਿਸ਼ਤਾ ਚੜ੍ਹ ਜਾਂਦਾ। ਪਰ ਵਿਚੋਲਾ ਵਿੱਚ ਓਲਾ ਰੱਖ ਲੈਂਦਾ ਏ। ਤੇ ਗੁਰੂ ਵੀ ਜਦੋਂ ਆਪਾਂ ਮਾਲਕ ਦੀ ਦਰਗਾਹ ਵਿਖੇ ਪਹੁੰਚਦੇ ਨੇ ਨਾ, ਤੇ ਸਤਿਗੁਰੂ ਵਿਚਕਾਰ ਆ ਕੇ ਓਲਾ ਰੱਖ ਲੈਂਦੇ। ਸਾਡੇ ਕੀਤੇ ਗੁਨਾਹ ਉੱਤੇ ਸਤਿਗੁਰੂ ਪਰਦਾ ਪਾ ਦਿੰਦੇ ਨੇ
ਤੇ ਪ੍ਰਭੂ ਪਰਮਾਤਮਾ ਦੀ ਹਜ਼ੂਰੀ ਵਿੱਚ ਆਖ ਦਿੰਦੇ ਨੇ ਕਿ ਇਹ ਮੇਰਾ ਸੇਕੇ ਦਾ ਹਿਸਾਬ ਕਿਤਾਬ ਮੈਂ ਆਪ ਕਰਾਂਗਾ। ਇਸ ਕਰਕੇ ਗੁਰੂ ਵਾਲੇ ਬਣਨਾ ਜ਼ਰੂਰੀ ਹੈ ਗੁਰੂ ਸਵਾਰਿਓ। ਤੇ ਸਤਿਗੁਰੂ ਕਹਿੰਦੇ ਨੇ ਧੁਰੋਂ ਦਰਗਾਹੋਂ ਮਾਲਕ ਦਾ ਹੁਕਮ ਹੋਇਆ ਭਾਈ ਕਿ ਬਿਨ ਸਤਿਗੁਰ ਚੇਤਿਆ ਨਾ ਜਾਏ। ਸਤਿਗੁਰੂ ਤੋਂ ਬਿਨਾਂ ਕਹਿੰਦੇ ਉਸ ਮਾਲਕ ਨੂੰ ਚੇਤੇ ਨਹੀਂ ਕੀਤਾ ਜਾ ਸਕਦਾ ਹੈ। ਸਤਿਗੁਰ ਮਿਲਿਆ ਅੰਤਰ ਰੱਬ ਰਹਿਆ ਸਦਾ ਰਹਿਆ ਲਿਵ ਲਾਏ। ਜੋ ਸਤਿਗੁਰੂ ਮਿਲ ਜਾਂਦੇ ਨੇ ਫਿਰ ਉਹ ਸਤਿਗੁਰ ਦੀ ਕਿਰਪਾ ਦੇ ਨਾਲ ਅੰਤਰ ਰੱਬ ਰਹਿਆ, ਜਿਹੜਾ ਪਰਮਾਤਮਾ ਸਾਰੀਆਂ ਵਿੱਚ ਰਮਿਆ। ਇਹ ਨਹੀਂ ਮੇਰੇ ਵਿੱਚ ਵੀ ਹੈ, ਤੁਹਾਡੇ ਵਿੱਚ ਵੀ ਹੈ, ਕੀੜੇ ਮਕੌੜੇ ਵਿੱਚ ਵੀ ਹੈ, ਹਰੇਕ ਜੀਵ ਜੰਤੂ ਵਿੱਚ ਉਹ ਪਰਮਾਤਮਾ ਹੈ। ਕਹਿੰਦੇ ਜਿਹੜਾ ਅੰਤਰ ਸਾਰਿਆਂ ਵਿੱਚ ਰਮਿਆ ਹੋਇਆ ਘਟ ਘਟ ਜਿਹਦਾ ਵਾਸਾ ਹੈ ਉਹ ਸਦਾ ਰਹਿਆ ਲਿਵ ਲਾਏ। ਫਿਰ ਜਿਹੜਾ ਸਤਿਗੁਰ ਨੂੰ ਮਿਲ ਜਾਂਦੇ ਨੇ, ਸਤਿਗੁਰ ਨੂੰ ਇੱਕ ਮਿੱਕ ਹੋ ਜਾਂਦੇ ਨੇ, ਉਸ ਮਾਲਕ ਨਾਲ ਸਦੀਵੀ ਕਾਲ ਲਈ ਉਹ ਲਿਵ ਲਾ ਕੇ ਜੋੜ ਕੇ ਰੱਖਦੇ ਹਨ। ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ। ਗੁਰੂ ਸਾਹਿਬਾਨ ਜੀ ਕਹਿੰਦੇ ਨੇ ਸਿੱਖਾ ਕਰਨਾ ਕੀ ਹੈ? ਪੁੱਛਿਆ ਸਤਿਗੁਰੂ ਜੀ ਨੂੰ। ਸਤਿਗੁਰੂ ਕਹਿੰਦੇ ਜਿੰਨੇ ਸਾਹ ਨੇ ਹਰੇਕ ਸਾਹ ਦੇ ਰਾਹੀਂ ਕਹਿੰਦੇ ਉਸ ਮਾਲਕ ਨੂੰ ਚੇਤੇ ਕਰਨਾ। ਬਸ ਇਸ ਦਮ ਨੂੰ, ਆਪਣੇ ਸਾਹ ਨੂੰ ਕਦੇ ਵਿਅਰਥ ਨਹੀਂ ਜਾਣ ਦੇਣਾ। ਇਸ ਕਰਕੇ ਸਤਿਗੁਰ ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ। ਸਾਸ ਹਰੇਕ ਸਾਹ ਨਾਲ ਮਾਲਕ ਨੂੰ ਚੇਤੇ ਕਰਨ। ਜਿਹਨੇ ਸਾਸ ਗਰਾਸ ਦੁਆਰਾ ਪਰਮਾਤਮਾ ਨੂੰ, ਗੁਰੂ ਨੂੰ ਚੇਤੇ ਕਰ ਲਿਆ ਤੇ ਉਸ ਜੀਵ ਦਾ ਫਿਰ ਗੁਰੂ ਸਰ ਜੀਵਨ ਸਫਲਾ ਹੋ ਗਿਆ। ਸੋ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਕਹਿੰਦੇ ਦਮ ਦਮ ਸਦਾ ਸੰਭਾਲਦਾ। ਕਹਿੰਦੇ ਹਰੇਕ ਦਮ ਰਾਹੀਂ, ਹਰੇਕ ਸਾਹ ਰਾਹੀਂ ਕਹਿੰਦੇ ਉਸ ਜੀਵ ਮਾਲਕ ਨੂੰ ਸੰਭਾਲਣਾ ਕਰ। ਦਮ ਨਾ ਬਿਰਥਾ ਜਾਏ। ਐ ਭਾਈ ਤੂੰ ਆਪਣੇ ਦਮ ਨੂੰ ਵਿਅਰਥ ਨਾ ਜਾਣ ਦੇ। ਇਸ ਦਮ ਦੇ ਸਾਹ ਦੇ ਰਾਹੀਂ ਉਸ ਪ੍ਰਭੂ ਨੂੰ ਚੇਤੇ ਕਰ। ਜਨਮ ਮਰਨ ਕਾ ਭੋਗ ਗਿਆ ਜੀਵਨ ਪਦਵੀ ਪਾਏ। ਫਿਰ ਸਤਿਗੁਰੂ ਹਰੇਕ ਸਾਹ ਦੇ ਨਾਲ ਸੰਭਾਲਣ ਨਾਲ ਉਸ ਮਾਲਕ ਨੂੰ ਚੇਤੇ ਕਰਨਾ। ਮਿਲਣਾ ਕੀ ਹੈ? ਪਾਤਸ਼ਾਹ ਕਹਿੰਦੇ ਸਭ ਤੋਂ ਵੱਡੀ ਬਖਸ਼ਿਸ਼ ਜਿਹੜਾ ਜੰਮਣ ਮਰਨ ਦਾ ਡਰ ਤੇਰੇ ਅੰਦਰ ਪੈਦਾ ਹੋਇਆ ਨਾ ਜੀਵ, ਬਾਰ ਬਾਰ ਜੰਮਣਾ ਤੇ ਬਾਰ ਬਾਰ ਮਰਨਾ, ਕਹਿੰਦੇ ਇਹ ਜਿਹੜਾ ਡਰ ਮਾਲਕ ਨੇ ਤੇਰੇ ਅੰਦਰੋਂ ਫਿਰ ਖਤਮ ਕਰਨਾ। ਇਹ ਮੁੱਕ ਗਿਆ ਨਾਮ ਜਪਣ ਦੇ ਨਾਲ। ਜੀਵਨ ਪਦਵੀ ਪਾਏ, ਜੀਵਨ ਜਾਣ ਸਿੱਖ ਕੇ ਤੇ ਉਹ ਫਿਰ ਜੀਵਨ ਪਦਵੀ ਪ੍ਰਾਪਤ ਕਰ ਲੈਂਦਾ ਹੈ। ਭਾਵ ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਨਾਨਕ ਇਹੋ ਮਰਤਬਾ ਤਿਸਨੋ ਦੇ ਜਿਸਨੋ ਕਿਰਪਾ ਕਰੇ ਰਜਾਏ। ਸਤਿਗੁਰ ਦੇ ਚਰਨਾਂ ਸਵਾਲ ਕੀਤਾ ਕਿ ਪਾਤਸ਼ਾਹ ਕੀ ਹਰੇਕ ਜੀਵ ਹਰੇਕ ਦਮ ਰਾਹੀਂ ਸਾਹ ਰਾਹੀਂ ਉਸ ਮਾਲਕ ਨੂੰ ਚੇਤੇ ਕਰ ਸਕਦਾ? ਪਾਤਸ਼ਾਹ ਕਹਿੰਦੇ ਨਹੀਂ ਭਾਈ, ਇਹ ਮਰਤਬਾ, ਇਹ ਵਡਿਆਈ, ਇਹ ਸੋਭਾ ਇਹ ਕਹਿੰਦੇ ਉਸ ਨੂੰ ਦਿੱਤਾ ਜਾਂਦਾ ਹੈ। ਉਹਨੂੰ ਦਿੰਦਾ ਨਾਨਕ ਇਹੋ ਮਰਤ ਇਸਨੂੰ ਦੇ, ਉਹਨੂੰ ਦਿੰਦਾ ਮਾਲਕ ਜਿਸ ਨੂੰ ਕਿਰਪਾ ਕਰੇ ਰਜਾਏ। ਆਪਣੇ ਰਜਾ ਵਿੱਚ, ਆਪਣੇ ਹੁਕਮ ਵਿੱਚ ਧੁਰੋਂ ਦਰਗਾਹੋਂ ਜਿਹੜੇ ਬਖਸ਼ਿਸ਼ ਕਰ ਦਿੰਦਾ ਨਾ, ਫਿਰ ਉਹਦੇ ਉੱਤੇ ਬਖਸ਼ਿਸ਼ ਹੁੰਦੀ ਹੈ। ਉਹ ਗੁਰੂ ਦੀ ਕਿਰਪਾ ਦੇ ਨਾਲ, ਪਰਮੇਸ਼ਰ ਦੀ ਕਿਰਪਾ ਦੇ ਨਾਲ ਗੁਰੂ ਸਵਾਰਿਓ ਹਰੇਕ ਸਾਹ ਦੇ ਰਾਹੀਂ ਪਰਮਾਤਮਾ ਨੂੰ ਚੇਤੇ ਕਰਦਾ ਤੇ ਉੱਚੇ ਮਰਤਬੇ ਨੂੰ ਉਹ ਪ੍ਰਾਪਤ ਕਰ ਲੈਂਦਾ ਹੈ। ਪੌੜੀ ਆਪੇ ਦਾਨਾ ਬੀਨਿਆ ਆਪੇ ਪ੍ਰਧਾਨਾ ਆਪੇ ਰੂਪ ਦਿਖਾਲਦਾ ਆਪੇ ਲਾਏ ਧਿਆਨਾ। ਸੰਸਾਰ ਵਿੱਚ ਕੋਈ ਸਿਆਣਾ ਨਹੀਂ ਹੈ। ਹਰ ਇੱਕ ਮਨੁੱਖ ਕਹਿੰਦਾ ਕਿ ਮੈਂ ਸਿਆਣਾ, ਤੇ ਦੂਜੇ ਨੂੰ ਕਹਿੰਦਾ ਇਹ ਮੂਰਖ ਹੈ, ਮੈਂ ਸਿਆਣਾ ਹਾਂ। ਗੁਰਬਾਣੀ ਕਹਿੰਦੀ ਹੈ ਨਾ ਜਾਣਾ ਮੂਰਖ ਹੈ ਕੋਈ, ਨਾ ਜਾਣੈ ਸਿਆਣਾ, ਸਦਾ ਸਾਹਿਬ ਕੈ ਰੰਗੇ ਰਹਿਤ ਰਹਿਤਾ ਅੰਦਰ ਨਾਮ ਬਖਾਣਾ। ਪਰਮਾਤਮਾ ਦੇ ਹੁਕਮ ਵਿੱਚ ਹੀ ਕਿਸੇ ਨੂੰ ਪਰਮਾਤਮਾ ਨੇ ਮੂਰਖ ਬਣਾਇਆ, ਕਿਸੇ ਨੂੰ ਮਾਲਕ ਨੇ ਦਾਨਾ ਸਿਆਣਾ ਬਣਾਉਣਾ ਕੀਤਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਉਹ ਮਾਲਕ ਆਪੇ ਦਾਨਾ, ਆਪ ਹੀ ਉਹ ਦਾਨਾ ਸਿਆਣਾ ਹੈ।
साडे दिलों की जानने वाला है। वो आपां नहीं जानते, आपां नूं अपनी पहुँच एक दूजे के शरीरां तक है। एक दूजे का रंग रूप देख के दस देंगे फलाने के नैन नक्श इहो, अखां इहो जिहियां, नक इहो जिहा, कंन इहो जिहे ने, बाहां इहो जिहियां, आपां देख के दसांगे ना कि पहुँच साडी शरीर तक है। तो परमात्मा दाना है साडे दिलों की जानने वाला। उन्होंने पता कि इस जीव के दिल विच की है। ये अंदर कपट है, छल है, ये अंदर चोर है, ये अंदर संत है, ये अंदर भगती है, वो दस देगा। उन्होंने पता है, इस करके वो वाहिगुरू आपे दाना। ते आपे दाना बीनिया, आपे प्रधाना। बीना कहते, बीने कहते ने जिमें गुरु सर साडे मनां दियां हरेक हरकतां नूं जानन वाला। पर जो खेडां वरत रहीआं संसार विच वो वाहिगुरू दे हुक्म दे विच ही वरत रहीआं हन। ते वाहिगुरू प्रधानां विचों श्रेष्ठ प्रधान है मुखी। जिवें संसार विच आपां देखीए ना, किसी नूं कोई प्रधान बन के सोसाइटी का प्रधान बन गया, पार्टी का प्रधान बन गया, तो वो प्रधान गुरु सर 2 4 5 साल फिर लै जाता है, फिर होर बन जाता। तो फिर तू जिहड़ा अगे बनया वो भी फिर थोड़े समय रहिंदा फिर लै जाता है। लगातार कोई नहीं चलता। वो जिहड़े ये प्रधान दुनियावी प्रधान ने, अज नहीं तो ये कल ये खत्म ने। तो परमात्मा ऐसा प्रधान है जिहदा सारियां दे उपर हुक्म चलता है। सारियां दे उत्ते हुक्म जिहड़े ये प्रधान ने, आपां कई दा हुक्म मान लैंदे, कई नहीं मानते ने। कानून बने ने, देश के कानून है, हर एक नूं कानून की पालना करनी जरूरी है, पर कई कानून की पालना नहीं करते। जिथे ये कई जिहड़े कानून की जे सरकार नूं पता लगे कि इन्हें कानून की उलंघना की है तो गुरु सवारे उन्होंने फिर सज़ा दी जाती है। पर परमात्मा ने जिहड़ा परमात्मा इहो जिहा प्रधान है, उहदा सारियां उत्ते हुक्म चलदा ते सारे उहदे हुक्म की पालना कर रहे ने। क्योंकि गुरु नानक पातशाह कहते ने, हुक्म है अंदर सब को, बाहर हुक्म ना कोई। उस मालक दे हुक्म तो बाहर कोई है ही नहीं है। इस करके वो प्रधान है, आपे रूप दिखालदा, आपे लाए ध्याना। जो आप संसार एक दूजे का रूप रंग तकते हैं, ये रूप भी उस मालक का ही है। ये विश्व संसार तुम देख दे, एहो हर का रूप है। हर रूप नदरी आया, गुर प्रसादी बुझिया, जा बेखा हर एक है। गल गुरु की प्रसाद किरपा दे नाल गल बननी है। उदों पता लगना कि सारा संसार ही परमात्मा का रूप है। इस करके वो आप ही बखरे बखरे रूप दिखालदा संसार विच। ते आपे लाए ध्याना, जो ध्यानी ध्यान धाव है, जो बड़ियां बड़ियां लंबियां समाधियां ला के ध्यान ला के बैठते हैं, ध्यान लाण वाला भी कहते वाहिगुरू आप ही है। इस करके वो वाहिगुरू एडा बड़ा समर्थ है। आपे मोनी वरतदा, आपे कथै ज्ञाना। हुण संसार दे विच धर्म नूं परमात्मा नूं मिलण दे वखरे वखरे राह ने। किसी ने मौन धारण कर लिया, कोई नगन अवस्था में चलिया गया, कोई जंगलों में जाके उत्थे जाके रहन लग पिया। हालांकि गुरमत गुरु साहबान नहीं कहते, गुरु साहबान दे घर दे विच बैठ के ही तू परमात्मा की बंदगी कर, दसां नोहां की किरत कर। तैनूं मालक ने ये जबान दिती है, इस जबान के राही ते मोनी नहीं बनना। तू बोल, इहदे राही मालक की सिफत सलाह दे गीत गा, वडियाई कर, जस कर। पर सतगुरु कहते जिहड़े वो मोनी ने, मोनी भी दे हुक्म विच ही बने ने। कईयां नूं परमात्मा पक्के तौर पर मोनी बना दिता, गूंगे बना दिता। जम्मदे जन्म लैंदियां सर जमांदरू गूंगे ने, उन्होंने आपां की आखांगे। ये खेडां सारियां परमात्मा दे हुक्म विच किसे नाल वो ना इंसाफी नहीं करता। कई बार आपां परिवार रब नूं दोष देण लग पैंदे कि परमात्मा ने साडे नाल आ नहीं कीता, आ नहीं कि समा हो चुका है, समा इजाजत नहीं दिंदा। ते पर गुरु सवारिओ ये साडे कर्मां दा हिसाब किताब है, किसी दियां बाहां नहीं हन।
ਕਿਸੇ ਦੇ ਹੱਥ ਨਹੀਂ ਪੈਰ ਨਹੀਂ ਹਨ, ਇਹ ਵੀ ਆਪਣੇ ਕਰਮ ਨੇ ਜੀਵ ਦੇ। ਜਿਹੋ ਜਿਹੇ ਆਪਾਂ ਕਰਮ ਕੀਤੇ ਨੇ ਉਹ ਆਪਾਂ ਭੋਗ ਰਹੇ ਹਾਂ। ਇਸ ਕਰਕੇ ਗੁਰੂ ਸਵਾਰਿਓ ਉਹ ਆਪ ਹੀ ਵਾਹਿਗੁਰੂ ਮੋਨੀ ਵੀ ਆਪ ਆਪੇ ਮੋਨੀ ਵਰਤਦਾ, ਮੋਨੀਆਂ ਵਿੱਚ ਵੀ ਉਹ ਆਪ ਵਰਤਦਾ। ਆਪੇ ਕਥੈ ਗਿਆਨ, ਜਿਹੜੇ ਗਿਆਨਵਾਨ ਪੁਰਸ਼ ਨੇ, ਗਿਆਨੀ ਵੀ ਕੋਈ ਆਪਣੇ ਆਪ ਤੋਂ ਬੋਲ ਨਹੀਂ ਸਕਦਾ, ਉਹ ਆਪਣਾ ਗਿਆਨ ਆਪ ਹੀ ਕਥਨ ਕਰਾਉਂਦਾ ਹੈ। ਕੌੜਾ ਕਿਸੈ ਨ ਲੱਗੇ ਸਭਨਾ ਹੀ ਭਾਨਾ। ਕਹਿੰਦੇ ਇਸ ਕਰਕੇ ਕਿਸੇ ਨੂੰ ਕੌੜਾ ਨਹੀਂ ਲੱਗਣਾ ਚਾਹੀਦਾ। ਜੋ ਮੈਨੂੰ ਮਿਲਿਆ ਉਹ ਮੇਰੇ ਕਰਮ, ਜੋ ਤੁਹਾਨੂੰ ਮਿਲਿਆ ਤੁਹਾਡੇ ਕਰਮ, ਅਤੇ ਲੈ ਕੇ ਸਾਨੂੰ ਸ਼ੁਕਰ ਕਰਨਾ ਚਾਹੀਦਾ, ਬਸ ਧੰਨਵਾਦ ਕਰਨਾ ਚਾਹੀਦਾ ਹੈ। ਕਿਉਂਕਿ ਉਹ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ, ਅਤੇ ਉਹਨੂੰ ਪਤਾ ਹੈ ਕਿ ਜੀਵ ਦੇ ਜਿਹੋ ਜਿਹਾ ਕਰਮ ਕੀਤਾ ਉਹਦੇ ਮੁਤਾਬਕ ਸਮੇਂ ਅਨੁਸਾਰ ਉਹ ਫਲ ਦੇਈ ਜਾ ਰਿਹਾ ਹੈ। ਉਸਤਤ ਵਰਣਨ ਨ ਸਕੀਐ ਸਦ ਸਦ ਕੁਰਬਾਨਾ। ਗੁਰੂ ਸਾਹਿਬਾਨ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਐਸੇ ਪ੍ਰਭੂ ਪਰਮਾਤਮਾ ਦੀ ਉਸਤਤ ਕਹਿੰਦੇ ਵਰਣਨ ਨਹੀਂ ਕੀਤੀ ਜਾ ਸਕਦੀ, ਉਸਤਤ ਨਹੀਂ ਹੋ ਸਕਦੀ ਹੈ। ਐਸੇ ਮਾਲਕ ਤੋਂ ਤਾਂ ਸਦ ਸਦ ਕੁਰਬਾਨਾ, ਸਦੀਵੀ ਕਾਲੀ ਕੁਰਬਾਨ ਜਾਣਾ ਚਾਹੀਦਾ ਹੈ, ਸਦਕੇ ਜਾਣਾ ਚਾਹੀਦਾ ਹੈ। ਇਹ ਗੁਰੂ ਸਵਾਰਿਓ ਸਤਿਗੁਰੂ ਜੀ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਦਾਸ ਤੋਂ ਬੋਲਦਿਆਂ ਤੋਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ। ਸਤਿਗੁਰੂ ਬਖਸ਼ਣਯੋਗ ਹਨ, ਭੁੱਲ ਚੁੱਕ ਦੀ ਖਿਮਾ ਕਰ